हाँ जी बेटे। सो नेक्स्ट ट्रांसफॉर्मेशन करते हैं, लिख लो ट्रांसफॉर्मेशन बेस्ड ऑन जैसे ग्रेटेस्ट इंटीजर फंक्शन। ठीक है। अच्छा जी, ਆਪਾਂ ਮੇਨ ਦੋ ਕਰਾਂਗੇ। ਪਹਿਲੀ ਹੈ ਕਿ ਅਗਰ fx ਦਾ ਗ੍ਰਾਫ ਪਤਾ ਹੈ y ਇਕੁਅਲ fx ਦਾ, ਤੇ ਉਹਦੇ ਤੋਂ ਗ੍ਰੇਟੈਸਟ ਇੰਟੀਜਰ fx ਦਾ ਬਣਾਉਣਾ ਹੈ। ਠੀਕ ਹੈ। ਜਿੱਦਾਂ ਫॉर ਐਗਜ਼ਾਮਪਲ ਕਿ ਇੰਟੀਜਰ ਆਫ sin x ਦਾ ਬਣ ਜਾਏ sin x ਤੋਂ। ਸੋ ਕਿਸੇ ਵੀ ਸਟੈਂਡਰਡ ਫੰਕਸ਼ਨ ਦਾ ਪਤਾ ਹੈ, ਉਹ ਤੋਂ ਉਹਦੇ ਇੰਟੀਜਰ ਦਾ ਬਣਾਉਣਾ ਹੈ। तो मैं ना पर्टिकुलर एग्जाम्पल लैके तुहानूं समझाना। जिद्दां हुण सपोज करो कि आ ग्राफ है, मान लो 2 x का। ठीक है। सो अपना टास्क है ग्रेटेस्ट इंटीजर 2 x ਦਾ ਬਣਾਉਣਾ। और पहला थोड़ी जी इन्फॉर्मेशन अगर तुसीं देखो इत्थे कि ਆਪਾਂ ਇਹਦਾ ਜੇ ਬਣਾਉਣਾ ਚਾਹੁੰਦੇ ਆ ਤੇ ਗ੍ਰੇਟੈਸਟ ਇੰਟੀਜਰ ਹੁੰਦਾ ਕੀ ਹੈ ਕਿ ਇੰਟੀਜਰ ਦੇ ਅੰਦਰ ਜਿਹੜਾ ਨੰਬਰ ਜੇ ਤੇ ਉਹ 0 ਔਰ 1 ਦੇ ਵਿੱਚ ਹੈ, ਆਹ ਵਾਲਾ ਨੰਬਰ, ਠੀਕ ਹੈ, ਤੇ ਇਹਦਾ ਆਨਸਰ 0 ਆ ਜਾਏਗਾ। ਅਗਰ 1 ਤੋਂ 2 ਦੇ ਵਿੱਚ ਹੈ ਤੇ ਆਨਸਰ 1 ਆ ਜਾਏਗਾ। ਠੀਕ ਹੈ। ਸਾਨੂੰ ਪਤਾ ਕਿ ਤੋ ਕਿੰਨਾ ਦੋ ਇੰਟੀਜਰ ਦੇ ਵਿੱਚ ਹੈ। ਠੀਕ ਹੈ। ਅਗਰ i ਤੇ i+1 ਦੇ ਵਿੱਚ ਹੈ ਤੇ ਆਨਸਰ i ਆ ਜਾਏਗਾ। ਠੀਕ ਹੈ। ਜੋ ਇੰਨੀ ਇਨਫੋਰਮੇਸ਼ਨ ਆਪਾਂ ਨੂੰ ਹੈਗੀ। ਸੋ ਇੱਥੇ ਅੰਦਰ ਕੀ ਆ 2x। ਠੀਕ ਹੈ। 2x ਕੀ ਉਹਦਾ y। ਸੋ ਇਹਦਾ ਮਤਲਬ ਆਪਾਂ ਕੀ ਕਰੀਏ, ਆ ਹੁਣ ਪ੍ਰੋਸੀਜਰ ਸਮਝੀ ਜਾਓ ਤੇ ਨਾਲ ਨਾਲ ਲਿਖੀ ਜਾਓ। ठीक है। जिवें x की वैल्यू 0 तो y 1 है। ठीक है। y 1 है। की करना है, दिस इज़ द स्टैप नंबर 1 ऑफ प्रोसीजर कि y एक्सिस ते इंटीजर मार्क कर लो, लिख लो स्टैप सारे। ठीक है। y एक्सिस ते इंटीजर मार्क कर लो जिथे ते ग्राफ हैगा। नैगेटिव ते ग्राफ है नहीं तो लिखने की लोड़ नहीं। और उत्थों पैरेलल टू x एक्सिस लाइन ड्रॉ कर लो। ठीक है। हुणे तुहानूं मतलब समझ आ जाएगा क्यों। ठीक है। लाइन ड्रॉ कर लो और देखना ग्राफ ਨੂੰ ਕਿੱਥੇ ਕੱਟ ਕਰਦੀ ਹੈ, ਬਿਕੋਜ਼ ਅਸੀਂ ਚਾਹੁੰਦੇ ਕਿ ਕਿਹੜਾ x ਹੈ ਜਿਹਨੂੰ ਪੁੱਟ ਕਰਕੇ ਆ ਆਨਸਰ 'ਚ ਆ ਰਿਹਾ ਹੈ। ਇਹ ਸਾਡਾ ਮੋਟਿਵ ਹੈ। ਇੱਦਾਂ ਹੀ ਆ 3 ਤੇ ਪੈਰਲਲ ਲਾਈਨ ਡਰਾ ਕਰੋ, ਗ੍ਰਾਫ ਤੇ ਕੱਟ ਕਰ ਦਈਏ। ਫਿਰ ਨੀਚੇ ਆਪਾਂ ਚਾਹਾਂਗੇ ਦੇਖਣਾ ਕਿ ਕਿਹੜਾ x ਹੈ, ਆ ਵਾਲਾ। ਜਸਟ ਇਮੈਜਿਨ ਆ ਡਾਟ ਡਾਟ ਇੱਥੇ ਹੈਗੇ ਆ। ਠੀਕ ਹੈ। ਇੱਦਾਂ ਹੀ ਇੱਥੇ ਹੈਗੇ, ਇੱਦਾਂ ਹੀ 2 ਤੇ। ਠੀਕ ਹੈ। ਸੋ ਕੋਈ ਹੋਰ ਵੀ ਫੰਕਸ਼ਨ ਹੋਏਗਾ। ਕੀ ਸਟੈਪ ਹੋ ਗਿਆ, ਮਾਰਕ ਦੀ ਇੰਟੀਜਰਸ ਔਨ y ਐਕਸਿਸ। ठीक है। और इत्थे 1 ते ग्राफ ਨੂੰ ਇੱਥੇ ਕੱਟ ਕਰ ਦਈਏ ਤੇ ਗੱਲ ਹੀ ਖਤਮ ਹੋ ਗਈ। ਇਹਦੇ 0 ਤੇ ਕੱਟ ਹੀ ਨਹੀਂ ਕਰਦੀ, ਤਾਂ ਆ ਹੋ ਗਿਆ। ਫਿਰ ਕੀ ਕਰੋ, ਆ ਜਿਹੜੇ x ਆ ਇਹ ਲੱਭਣੇ ਆ। ਠੀਕ ਹੈ। ਕਿ ਕਰਸਪੋਂਡਿੰਗ x ਲੱਭ ਲਓ। ਜਿੱਦਾਂ ਹੁਣ ਕਿ ਗ੍ਰਾਫ ਕੀ ਸੀਗਾ, ਫੰਕਸ਼ਨ ਸੌਰੀ ਕੀ ਸੀਗਾ 2x। ਠੀਕ ਹੈ। ਹੁਣ ਆ y ਦੀ ਵੈਲਿਊ 2 ਹੈ। ਸੋ y ਦੀ ਵੈਲਿਊ 2 ਹੈ, x ਕਿਹੜਾ ਹੋਏਗਾ, x ਹੋਏਗਾ 1। ਇਹਦਾ ਮਤਲਬ ਆਹ ਵਾਲਾ x 1 ਹੈ। x ਦੀ ਵੈਲਿਊ 1 ਪੁੱਟ ਕਰਾਂਗੇ ਇੱਥੇ, ਆ y 2 ਆਏਗਾ। सो फिर सैकेंड स्टैप की हो गया, जिथे वो मीट करते गैट दी कोरसपोंडिंग x। अच्छा हुण आ 3 y दी वैल्यू नू 3 इक्वेट कर दो। सो 2x इज़ 3। हाँ जी। हुण x किवें लभांगे, जिथे 2 सीगा 1 हुंदा 4 होना सी, ते फिर 2 स्क्वेयर हो जाना सी। जे ऐदां प्रॉपर पावर नहीं है फिर log ऑफ 2 दी पावर x इज़ इक्वल टू log ऑफ 3। फिर आंसर log दी टर्म च आएगा। x थल्ले आ गया। सो कितना आ गया log 3 बाय log 2, दैट इज log 3 बेस 2। ठीक है। समझ गए, log ले लिया। सो मैं रब कर रहा एक बार नोट कर लो। सो x आ गया log 3 बेस 2। ਇਹਦਾ मतलब ਆ ਵਾਲਾ ਨੰਬਰ ਹੈ log of 3 to the base 2। ऐसे 4 कद है, y 4 इक्वेट कर दो, इनू इक्वेट कर दो 4। 4 कितना पुत्र 2 स्क्वेयर, x आ गया 2 एंड सो ऑन। ठीक है। सो वंस अगेन स्टेप की बने, मार्क all the integers on y axis, draw the line parallel to x axis। और कितने कट करते हैं ग्राफ, उन्होंने corresponding x लभ लो y a corresponding इक्वेट करके। अच्छा ऐदा क्यों किया, हुण सुनो। हुण आपां नूं ग्राफ चाहिए इंटीजर ऑफ 2 दी पावर x। ठीक है। लुक एट दिस नाउ, लिसन वेरी केयरफुली। 0 तो लैके 1 दे अंदर मैं कोई भी x चक्कां, ਉਹਦਾ y ਜਿਹੜਾ ਆ ਰਿਹਾ ਕਿੱਥੇ ਆ ਰਿਹਾ, 1 ਤੋਂ 2 ਦੇ ਵਿੱਚ। ਇਸੇ ਕਰਕੇ ਆਪਾਂ ਕੰਜੂਗੇਟਿਵ ਇੰਟੀਜਰ ਲੈ ਸੀ। x ਦੀ ਵੈਲਿਊ 0 ਤੋਂ ਲੈ ਕੇ ਇੱਥੇ 1 ਦੇ ਵਿੱਚ ਕੋਈ ਵੀ ਪੁੱਟ ਕਰਾਂ, ਇਹਦਾ y ਕਿੱਥੇ ਆ ਰਿਹਾ ਬੇਟੇ, ਇਹਦਾ ਆਨਸਰ ਜਿਹੜਾ, ਇਹਦਾ ਆਨਸਰ ਕਿੱਥੇ ਆਏਗਾ 1 ਔਰ 2 ਦੇ ਵਿੱਚ। ਮਤਲਬ ਇਹਦਾ ਆਨਸਰ ਆਏਗਾ ਲਾਈਕ 1 ਔਰ 2 ਦੇ ਵਿੱਚ 1.2 1.3 1.4 ਇਹਦੇ ਵਿੱਚ ਹੀ ਆਏਗਾ। ਔਰ ਇਹਦਾ ਇੰਟੀਜਰ ਫਿਰ ਕੀ ਆ ਜਾਏਗਾ 1 ਆ ਜਾਏਗਾ। ਇਹਦਾ ਮਤਲਬ ਕੀ ਹੋ ਗਿਆ ਕਿ ਇੱਥੋਂ ਲੈ ਕੇ ਇੱਥੋਂ ਤੱਕ
1 ਪੁੱਟ ਕਰਾਂਗੇ ਤੇ ਆਨਸਰ 2 ਆ ਜਾਏਗਾ। ਮੈਂ 1 ਨੂੰ ਛੱਡ ਕੇ ਕਹਿ ਰਿਹਾ, 0 ਨੂੰ ਇਨਕਲੂਡ ਕਰਕੇ ਤੇ 1 ਦੇ ਵਿੱਚ ਯੂ ਪੁੱਟ ਐਨੀ x, ਯੂ ਕੈਨ ਸੀ ਇਹਦਾ ਆਨਸਰ ਸਾਡਾ 1 ਤੋਂ ਲੈ ਕੇ 2 ਦੇ ਵਿੱਚ ਆਏਗਾ। ਇਹਦਾ ਉਹਦਾ ਇੰਟੀਜਰ 1 ਤੋਂ ਲੈ ਕੇ 2 ਦੇ ਵਿੱਚ ਦਾ ਕੀ ਆ ਜਾਏਗਾ, 1 ਆ ਜਾਏਗਾ। ਬਸ ਇਸੇ ਕਰਕੇ ਆਪਾਂ ਇੰਟੀਜਰ ਮਾਰਕ ਕੀਤੇ ਸੀ। ਤਾਂ ਉਹਦਾ ਹੁਣ ਗ੍ਰਾਫ ਕੀ ਬਣੂਗਾ, ਠੀਕ ਹੈ। ਆਈ ਹੋਪ ਸਮਝ ਆ ਗਈ ਤੁਹਾਨੂੰ। ਇੱਕ ਮਿੰਟ ਮੈਂ ਰਬ ਕਰਦਾ, ਠੀਕ ਹੈ। ਸੋ ਵੇਟ ਅ ਸੈਕਿੰਡ, ਸੋ ਇਹਨੂੰ ਮੈਂ ਇੱਦਾਂ ਹੀ, ਆ ਦੇਖੋ ਇੱਦਾਂ ਹੀ ਅਗਰ ਮੈਂ ਇਹਨਾਂ ਦੋਨਾਂ ਨੰਬਰਾਂ ਦੇ ਵਿੱਚ ਕੁਝ x ਚੱਕੂੰਗਾ, ਗੋ ਟੂ y ਕਿੱਥੇ ਆਇਆ, 2 ਤੋਂ ਲੈ ਕੇ 3 ਦੇ ਵਿੱਚ, ਤੇ 2 ਤੋਂ ਲੈ ਕੇ 3 ਚ ਆਨਸਰ ਹੈ ਤਾਂ ਉਹਦਾ ਇੰਟੀਜਰ ਕਿੰਨਾ ਆ ਜਾਏਗਾ, 2 ਆ ਜਾਏਗਾ। तो इसी थीम के नाल अगर मैं ग्राफ बनावा, तो इफ आई टेक एनी नंबर फ्रॉम 0 to 1 x लवां तो ਉਹਦਾ आंसर 1 ਤੋਂ 2 ਤੇ ਉਹਦਾ इंटीजर 1 आ जाएगा। तो 0 ਤੋਂ ਲੈ ਕੇ 1 तक ਇਹਦਾ इंटीजर 1 आ जाएगा। सी दिस इज y इक्वल टू 1। अगर 1 पुट करा तो 1 ਦਾ आंसर 2 ਦੀ ਪਾਵਰ x ਇਹਦੇ 'ਚ, ਤੇ ਇਹਦਾ ਅੰਦਰ 2 ਆ ਜਾਏਗਾ। ਫਿਰ ਇੱਥੇ ਆ ਗਿਆ, ਫਿਰ ਇੱਥੋਂ 1 ਤੋਂ ਲੈ ਕੇ ਇੱਥੇ ਤੱਕ ਯੂ ਟੇਕ ਐਨੀ x, ਸਾਡਾ y 2 ਤੋਂ 3 ਦੇ ਵਿੱਚ। तो अगर वो 2 ਤੋਂ 3 ਦੇ ਵਿੱਚ ਇਹਦਾ ਇੰਟੀਜਰ ਕਿੰਨਾ ਆਏਗਾ, 2। ਬਸ ਇੱਦਾਂ ਕਰੀ ਜਾਣਾ, ਇੱਥੋਂ ਲੈ ਕੇ ਤੱਕ 1 ਆ ਜਾਏਗਾ ਗ੍ਰਾਫ ਇੱਥੇ। ਇੱਦਾਂ ਹੀ ਇੱਥੋਂ ਲੈ ਕੇ ਇੱਥੇ ਤੱਕ, ਕਿਉਂਕਿ ਇਹਦਾ ਆਂਸਰ 3 ਤੋਂ ਲੈ ਕੇ 2 'ਚ ਹੈ, ਇਹਦਾ ਇੰਟੀਜਰ 2 ਆ ਜਾਏਗਾ, ਆ ਜਾਏਗਾ। ਹੁਣ ਆਹ ਵਾਲਾ ਡਿਲੀਟ ਹੋ ਜਾਏਗਾ, ਇੰਟੀਜਰ ਦਾ ਬਣ ਰਿਹਾ। ਇੱਦਾਂ ਹੀ ਇੱਥੋਂ ਲੈ ਕੇ ਇੱਥੋਂ ਤੱਕ ਯੂ ਡਰਾ ਐਂਡ ਟੇਕ ਐਨੀ ਨੰਬਰ, ਇਹਦਾ ਆਂਸਰ ਕਿੱਥੇ ਹੈ, 3 ਤੋਂ 4 ਤੱਕ। 3 ਤੋਂ 4 ਦੇ ਵਿੱਚ ਕੋਈ ਨੰਬਰ ਹੈ, ਉਹਦਾ ਇੰਟੀਜਰ 3, ਠੀਕ ਹੈ। ਇੱਥੇ ਕਲੋਜ਼, ਇੱਥੇ ਓਪਨ, ਬਸ ਇੱਦਾਂ ਹੀ ਬਣੀ ਜਾਏਗਾ। ਇੱਥੇ ਵੀ ਲੈ ਲਓ, 0 ਤੋਂ -20 ਚ ਪਿਕ ਐਨੀ ਨੰਬਰ, ਸਾਡਾ ਆਂਸਰ ਆ ਰਿਹਾ 0 ਤੋਂ ਲੈ ਕੇ 1 ਦੇ ਵਿੱਚ। 0 ਤੋਂ ਲੈ ਕੇ 1 ਦੇ ਵਿੱਚ ਕੋਈ ਨੰਬਰ, ਉਹਦਾ ਇੰਟੀਜਰ 0। ਸੋ ਆ ਸਾਰਾ ਇੱਥੇ 0 ਆ ਜਾਏਗਾ। ਆ ਤਰੀਕਾ ਹੋ ਗਿਆ, ਠੀਕ ਹੈ। ਓਪਨ, ਕਿਉਂਕਿ 0 ਤੇ ਫਿਰ ਕਿੰਨਾ ਆ ਜਾਏਗਾ, 2 ਦੀ ਪਾਵਰ 0, 1 1 ਉੱਪਰ ਆ ਗਿਆ। ਸੋ ਫਿਰ ਆਹ ਵਾਲਾ ਜਿਹੜਾ ਗ੍ਰਾਫ ਹੈ ਪੁੱਤਰ, ਆ ਡਿਲੀਟ ਹੋ ਜਾਏਗਾ ਕਿਉਂਕਿ ਇੰਟੀਜਰ ਬਣ ਗਿਆ ਸਾਡਾ। ਸੋ ਇੱਦਾਂ, ਸੋ ਦਿਸ ਇਜ਼ ਦ ਗ੍ਰਾਫ ਆਫ इंटीजर ऑफ 2 दी पावर x, ठीक है। एंड अगे भी इधर चलता रहेगा, ठीक है। सो यू कैन सी कि आंसर साढ़ा इंटीजर ही आ रहा है, या 0 आएगा या 1 आएगा या 2 आएगा या 3 एंड सो ऑन, ठीक है। और अगे कॉन्टीन्यूटी वगैरह काम आएगा, कितने कितने डिसकॉन्टीन्यूस है, x इक्वल टू 0 ते डिसकॉन्टीन्यूस है, 1 ते एंड सो ऑन, और फिर बाद दी गल्लां, ठीक है। सो चलो आप ऐ करते हैं, लेट अस डू फ्यू मोर एग्जाम्पल, थोड़ी प्रैक्टिस हो जाएगी। जिमें आ देखो, दिस इज द, चलो क्या करते हैं, जो tan इनवर्स x ग्रेटेस्ट इंटीजर, ठीक है, y इक्वल टू, तो की करिए पहला tan इनवर्स x का ग्राफ बना लो। हाँ इदा इदा, ठीक है। इत्थों शुरू होएगा इत्थे और एवें आएगा, ठीक है। दिस इज tan इनवर्स x, और आ कितनी होंगी, π/2। सो दिस इज अप्रॉक्सीमेटली 1.5 है ना, दिस इज माइनस π/2, सो अप्रॉक्सीमेटली -1.5, क्योंकि आप इंटीजर मार्क करने ना। तो इत्थे 0, इत्थे 1 आएगा, कितने इत्थे आएगा -1। फिर आप की दसिया जी तुहानूं, ड्रॉ हॉरिजोंटल लाइन है ना, हॉरिजोंटल लाइन ड्रॉ करो, कट करो, देखो किहड़ा एक्स आंदा है, आ वाला लभ लांगे, कोई गल नहीं। 0 ते इत्थे कट कर रहा, -1 ते इत्थे आ वाला एक्स आ रहा, ठीक है। चलो लेट अस फाइंड दिस एक्स किहड़ा है। ओके, ग्राफ की है tan इनवर्स एक्स, ठीक है। सो y की वैल्यू कितनी है पुत्र, 1। अब y ਨੂੰ 1 रखता, x कर लो, x कितना आ गया, tan 1, ठीक है। दिस इज tan 1। इदां आ वाली y की वैल्यू कितनी है, इतने -1 आएगा, सो ये आ जाएगा tan ऑफ -1 विच इज इक्वल टू -tan 1। अच्छा, आ तो 0 ही है, हुण बड़ा आसान हो गया। आप हुण की करिए, इंटीजर का बनाने का, ठीक है। लेट अस 2, 0 तो लैके tan 1 तक कुछ भी x चक्या, ਇਹਦਾ आंसर आया 0 तो 1 ਦੇ ਵਿੱਚ। 0 तो 1 ਦੇ ਵਿੱਚ नंबर का इंटीजर कितना होएगा, 0। तो ਇੱਥੋਂ लैके तक ये 0 आ जाएगा, आ क्लोज, ठीक है। ਇੱਥੇ ओपन, क्योंकि tan 1 ਤੇ फिर वैल्यू 1 आ जानी, ठीक है। गल समझ आनी चाहिए। यू पिक एनी नंबर, ਇਹਦੀ रेंज जी आ रही, ਦਾ आंसर 0 तो 1 ਦੇ ਵਿੱਚ आ रहा, तो इंटीजर 0 आ जाएगा। फिर tan 1 to इनफिनिटी, यू पिक एनी नंबर, साडा आंसर 1 तो लैके 1.5, मतलब 1 तो 2 ਦੇ ਵਿੱਚ ਹੈ। 1 ਤੋਂ 2 ਦੇ ਵਿੱਚ ਹੈ तो ਉਹਦਾ इंटीजर कितना आएगा, 1 आएगा। तो इत्थों लैके इनफिनिटी तक इदा आ y इक्वल टू 1। फिर पिछे आ जाओ, 0 तो -tan 1 यू पिक एनी x, साडा आंसर आ रहा है 0 तो -1 ਦੇ ਵਿੱਚ।
0 ਤੋਂ -1 ਦੇ ਵਿੱਚ ਕੋਈ ਨੰਬਰ ਲਓ, ਉਹਦਾ ਗ੍ਰੇਟੈਸਟ ਇੰਟੀਜਰ ਕਿੰਨਾ ਹੁੰਦਾ ਹੈ? -1। ਸੋ ਇੱਥੇ ਓਪਨ, ਇੱਥੇ ਕਲੋਜ਼, ਆ ਜਾਏਗਾ -1। ਇੱਥੇ ਕਈ ਵਾਰ ਨਿਆਣੇ ਗਲਤੀ ਕਰ ਜਾਂਦੇ। ਅੱਛਾ, -ਇਨਫਿਨਿਟੀ ਤੋਂ tan 1 ਚ ਕੋਈ ਵੀ x ਲਵਾਂਗੇ, ਆਂਸਰ ਸਾਡਾ ਕਿਹਦੇ ਵਿੱਚ ਹੈ? -1 ਤੋਂ ਲੈ ਕੇ -2 ਦੇ ਵਿੱਚ ਵਿਚਾਲੇ ਹੈ ਨਾ ਕਿਤੇ। ਆ ਦੇਖੋ ਨਾ, ਇੱਥੇ -1 ਤੋਂ ਛੋਟਾ ਹੈ ਤੇ ਇਹਦਾ ਇੰਟੀਜਰ ਕਿੰਨਾ ਹੋਏਗਾ? -2। ਤਾਂ ਇੱਥੋਂ ਲੈ ਕੇ ਤੱਕ ਇਹਦਾ ਇੰਟੀਜਰ ਹੋਏਗਾ -2। -2 ਵਿਲ ਬੀ ਸਮਵੇਅਰ देयर। ਇੱਥੇ ਆ, ਦਿਸ ਇਜ਼ ਦਾ ਗ੍ਰਾਫ। ਠੀਕ ਹੈ। ਸੋ ਬਸ ਹੁਣ ਆਪਾਂ ਜਿਹੜਾ ਐਕਸਟਰਾ ਆ, ਕਿਉਂਕਿ ਇੰਟੀਜਰ ਦਾ ਬਣ ਗਿਆ, ਆ ਡਿਲੀਟ ਕਰ ਦੋ। ਠੀਕ ਹੈ, ਇੱਥੇ ਹੌਲੋ ਹੈ। ਠੀਕ ਹੈ, ਦਿਸ ਵਿਲ ਗੋ ਐਜ਼ ਵੈਲ। ਆ ਤੁਹਾਡਾ ਗ੍ਰਾਫ ਬਣ ਗਿਆ। ਵੀ ਕੈਨ ਸੀ ਇਟ ਇਜ਼ ਡਿਸਕੰਟੀਨਿਊਸ ਐਟ ਵਟ? -tan 1। ਠੀਕ ਹੈ, ਇਸ ਪੁਆਇੰਟ ਤੇ ਪੈਨ ਚੱਕਣਾ ਪੈ ਗਿਆ ਡਿਸਕੰਟੀਨਿਊਸ x ਦੀ ਵੈਲਿਊ ਤੇ, ਔਰ x ਇਕੁਅਲ ਟੂ 0 ਤੇ ਡਿਸਕੰਟੀਨਿਊਸ, x ਇਕੁਅਲ ਟੂ tan 1 ਤੇ ਡਿਸਕੰਟੀਨਿਊਸ। ਰੇਂਜ ਕਿਹੜੇ ਕਿਹੜੇ ਐਲੀਮੈਂਟ ਹੈ? ਰੇਂਜ ਆਈ ਇੱਕ 1 ਔਰ ਇੱਕ 0, -1 ਤੇ -2 ਆ ਰੇਂਜ ਆ ਗਈ। ਠੀਕ ਹੈ, ਡੋਮੇਨ ਆਲ ਰੀਅਲ ਨੰਬਰ। ਇਜ਼ दैट क्लियर? तो ਇੱਕ ਜਿਹੜਾ ਕੁਐਸਚਨ जेई ਚ ਆ ਚੁੱਕਿਆ ਹੈ ਮਲਟੀਪਲ ਟਾਈਮਸ, ਉਹ ਹੈ ਕਿ ਏਰੀਆ ਚ ਵੀ ਆਇਆ, ਇੰਟੀਗ੍ਰੇਸ਼ਨ ਚ ਵੀ ਆਇਆ, ਉਹ ਹੈ ਕਿ ਗ੍ਰੇਟੈਸਟ ਇੰਟੀਜਰ 2 sin x। ਠੀਕ ਹੈ, ਚਲੋ ਬਣਾਉਣੇ ਆ। तो ਪਹਿਲਾਂ ਕੀ ਕਰਦੇ ਆ, y ਇਕੁਅਲ ਟੂ 2 sin x ਬਣਾ ਲਈਏ। ਏਰੀਆ ਚ ਆਇਆ ਸੀ, ਇੱਕ ਵਾਰ ਆਇਆ ਸੀ 0 ਤੋਂ 2 ਪਾਈ ਤੱਕ ਦਾ ਏਰੀਆ, ਇੱਕ ਆਇਆ ਸੀਗਾ ਪਾਈ ਤੋਂ 2 ਪਾਈ। तो ਆਪਾਂ ਇੱਕ ਵਾਰ 0 ਤੋਂ 2 ਪਾਈ ਤੱਕ ਬਣਾ ਲੈਣਾ। ਠੀਕ ਹੈ, ਆ ਗ੍ਰਾਫ ਬਣ ਗਿਆ 0 ਤੋਂ 2 ਪਾਈ, 0 पाई 2 पाई। ठीक है, सो दिस इज y इक्वल टू 2 sin x। अच्छा, पहला तो 2 ना की होएगा, ग्राफ y ਦੇ ਲੌਂਗ ਸਟ੍ਰੈਚ ਹੋ ਜਾਏਗਾ, मतलब π/2 ਤੇ ਜਿਹੜੀ ਵੈਲਿਊ 1 ਸੀਗੀ ਹੁਣ π/2 ਤੇ ਵੈਲਿਊ 2 ਹੋਏਗੀ। ਇੱਥੇ 0, 3 π/2 ਤੇ ਵੈਲਿਊ ਹੋਏਗੀ ਕਿੰਨੀ? -2। ਦਿਸ ਵੈਲਿਊ ਵਿਲ ਬੀ -2। ठीक है, ਆ ਵਾਲੀ ਵੈਲਿਊ 2 ਹੋਏਗੀ। अच्छा, फिर मैं क्या दसा, y ਤੇ ਇੰਟੀਜਰ ਪਲਾਟ ਕਰ ਲਓ। ਇੱਥੇ 1 ਆ 0 ਆ -1। फिर मैं की किया ਤੁਹਾਨੂੰ कि x ਦੇ ਲੌਂਗ ਇਹਨੂੰ ਡਰਾ ਕਰੋ, ਕਿੱਥੇ ਕਿੱਥੇ ਕੱਟ ਕਰਦਾ। ठीक है, आ 2 जगह। ठीक है, विच यू कैन, मतलब ਹੁਣ ਆਪਾਂ ਸਿੰਪਲ ਟ੍ਰਿਗਨੋਮੈਟਰੀ ਵਰਤ ਕੇ ਬੜੇ ਨਾਮ ਨਾਲ -2 ਤੇ ਇੱਥੇ ਬਾਟਮ ਮੋਸਟ ਪੁਆਇੰਟ। ਅੱਛਾ, ਹੁਣ ਆਪਾਂ ਦੇਖਦੇ ਹਾਂ ਕਿ ਕਿੱਥੇ ਇਹਦੀ ਵੈਲਿਊ 2 ਹੈ, ਉਹ ਤਾਂ ਨਜ਼ਰ ਆ ਰਿਹਾ π/2 ਤੇ। y1 ਇਹਨੂੰ 1 ਇਕੁਏਟ ਕਰੋ, ਸੋ ਕਿੰਨਾ ਆ ਗਿਆ? sin x ਇਕੁਅਲ ਟੂ 1/2। ਸੋ ਆ 2 ਪੁਆਇੰਟ। ਠੀਕ ਹੈ, ਇੱਕ ਆ ਵਾਲਾ ਤੇ ਇੱਕ ਆ ਵਾਲਾ, ਇਹ 2 ਪੁਆਇੰਟ ਹੈ ਜਿਨ੍ਹਾਂ ਦਾ sin x ਦੀ ਵੈਲਿਊ ਹਾਫ ਹੈ। ਹਾਂਜੀ, ਕਿਤੇ ਕਿਤੇ ਹਾਫ ਹੁੰਦੀ sin x ਦੀ ਵੈਲਿਊ, ਪਹਿਲੇ 'ਚ ਤੇ ਦੂਜੇ 'ਚ। ਇੱਕ ਤੇ ਆਏਗੀ π/6, ਇੱਕ ਆਏਗੀ π - π/6, that is 5π/6। so this is π/6 ਆ ਵਾਲੀ, this is π - π/6, 5π/6। ਇੱਦਾਂ ਹੀ -1 ਇਕੁਏਟ ਕਰੋ, y ਨੂੰ -1, ਆ -1, ਆ -ਹਾਫ ਆ ਗਿਆ। -ਹਾਫ ਕਿੱਥੇ ਹੁੰਦਾ? ਤੀਜੇ ਚੌਥੇ 'ਚ। ਉਹ ਹੋਏਗਾ π + θ, ਉਹ ਇਹ ਹੋਏਗੀ π + π/6 ਆ ਵਾਲੀ ਵੈਲਿਊ, that is 7π/6। और आ होएगी 2π - π/6, दैट इज, हाँ जी, कितना हो गया? 11π/6। आते पॉइंट कर ले। बाकी -2 कितने है? 3π/2 थे। दिस इज एग्जैक्टली देयर, π/2 थे, आ वैल्यू 2 है। जब j बन गया तो अब क्या है? अब तो आसान है। ठीक है, अब कैसे है कि 0 ਤੋਂ ਲੈ ਕੇ π/6 ਚ ਕੋਈ ਵੀ x ਚੱਕੋ, ਇਹਦਾ ਆਨਸਰ 0 ਔਰ 1 ਦੇ ਵਿੱਚ ਹੈ। 0 ਔਰ 1 ਦੇ ਵਿੱਚ ਹੈ ਤੇ ਉਹਦਾ ਇੰਟੀਜਰ ਕਿੰਨਾ ਆਏਗਾ? 0। 0 ਤੇ ਕਲੋਜ਼, π/6 ਤੇ ਕਿਉਂਕਿ 1 ਆਏਗਾ ਤੇ ਓਪਨ ਆਏਗਾ, ਤਾਂ ਇੱਥੋਂ ਲੈ ਕੇ ਇੱਥੋਂ ਤੱਕ ਆ ਬਣ ਗਿਆ, ਆ ਓਪਨ। ਫਿਰ π/6 ਤੋਂ ਲੈ ਕੇ 5π/6 ਯੂ ਪਿਕ ਐਨੀ x, ਆਨਸਰ ਤੁਹਾਡਾ 1 ਤੋਂ ਲੈ ਕੇ 2 ਦੇ ਵਿੱਚ ਹੈ। π/2 ਤੇ ਕਿੰਨਾ ਹੈ? 2। 2 ਦਾ ਇੰਟੀਜਰ ਕਿੰਨਾ ਹੁੰਦਾ? 2। ਆ ਤੇ ਇੱਥੇ ਆ ਜਾਏਗਾ। ठीक है, π/6 ਤੋਂ 5π/6 ਦੇ ਵਿੱਚ ਬਾਕੀ ਕੋਈ ਵੀ x ਲੈਂਦੇ ਹੋ, ਆਨਸਰ 1 ਤੋਂ 2 ਦੇ ਵਿੱਚ ਹੈ। 2 ਤੋਂ ਛੋਟਾ, 1 ਤੋਂ ਵੱਡਾ ਹੈ ਆ ਵਾਲਾ। ਤਾਂ ਇਹਨਾਂ ਦਾ ਇੰਟੀਜਰ ਕਿੰਨਾ ਆਏਗਾ? 1 ਹੀ ਆ ਜਾਏਗਾ। ਤਾਂ ਇੱਥੋਂ ਲੈ ਕੇ ਇੱਥੋਂ ਤੱਕ ਇੰਟੀਜਰ 1 ਆ ਜਾਏਗਾ, ਐਕਸੈਪਟ ਦਿਸ ਪੁਆਇੰਟ, ਬਿਕੋਜ਼ π/2 ਤੇ ਵੈਲਿਊ 2 ਆਏਗੀ। ਤਾਂ ਆ ਬਣ ਗਿਆ ਇਹਦਾ। ठीक है, कन्फ्यूजन ना होवे।
पाई बाय 6 पुट करोगे तो साइन इत्थे पुट करो, साइन पाई बाय 6 1/2, 2 इंटू 1/2 1 ਤੇ 1 ਦਾ ਇੰਟੀਜਰ ਤੇ 1, ਇਸ ਕਰਕੇ ਇੱਥੇ ਡਾਰਕ ਇੱਥੇ ਹੌਲੋ ਹੈ। ਠੀਕ ਹੈ, ਇੱਥੋਂ ਉੱਪਰ ਜਾਓਗੇ ਫਿਰ 1 ਪੁਆਇੰਟ ਸਮਥਿੰਗ, ਫਿਰ ਆਂਸਰ 1 ਹੀ ਆਏਗਾ, ਫਿਰ 1 ਪੁਆਇੰਟ ਸਮਥਿੰਗ, ਇੱਥੇ ਆ ਗਿਆ ਵੱਧਦਾ ਵੱਧਦਾ 2 ਆ ਗਿਆ, 2 ਦਾ ਇੰਟੀਜਰ 2, ਇਸ ਕਰਕੇ ਹੌਲੋ ਹੈ। ਇੱਥੇ ਆਏ, ਇੱਥੇ ਫਿਰ 2 ਤੋਂ ਛੋਟਾ ਹੈ, ਫਿਰ 1 ਆ ਗਿਆ ਆਂਸਰ ਇੰਟੀਜਰ ਉਹਦਾ, ਇੱਥੇ ਫਿਰ ਇੱਥੇ 1 ਜਾਂ ਤੇ 1 ਆ ਜਾਏ। ਠੀਕ, ਫਿਰ ਇੱਥੋਂ ਆ ਜਾਓ, ਇੱਥੋਂ ਲੈ ਕੇ ਇੱਥੋਂ ਤੱਕ ਕੁਛ ਵੀ x ਚੱਕਿਆ ਆਂਸਰ ਸਾਡਾ 0 ਔਰ 1 ਦੇ ਵਿੱਚ ਹੈ, ਉਹਦਾ ਇੰਟੀਜਰ 0। ਸੋ ਇੱਥੇ ਹੌਲੋ ਬਿਕੋਜ਼ ਇੱਥੇ ਵੈਲਿਊ ਤੁਹਾਡੀ 1 ਸੀ, 5 ਪਾਈ ਬਾਈ 6 ਪੁੱਟ ਕਰਦੇ ਸੀ, ਇਹਦਾ ਆਂਸਰ ਆਇਆ ਸੀ ਹਾਫ ਇੰਟੂ 2 1, तो ਇੱਥੇ ਪਾਈ ਤੇ 0 0 ਦਾ ਇੰਟੀਜਰ 0। ਠੀਕ ਹੈ, ਬਸ ਇੱਦਾਂ ਇੱਧਰ ਆ ਜਾਓ, ਇੱਥੋਂ ਲੈ ਕੇ ਇੱਥੋਂ ਤੱਕ ਕੁਝ ਵੀ x ਚੱਕਿਆ ਆਂਸਰ ਸਾਡਾ 0 ਤੋਂ -1 ਦੇ ਵਿੱਚ, ਉਹਦਾ ਇੰਟੀਜਰ -1, ਇੱਥੋਂ ਲੈ ਕੇ ਤੱਕ ਦੇਖੋ ਆ -1 ਆ ਜਾਏ। ਠੀਕ ਹੈ, ਫਿਰ ਇੱਦਾਂ ਹੀ 7 ਪਾਈ ਬਾਈ 6 ਤੋਂ ਲੈ ਕੇ 11 पाई by 6, so you put any x, answer is lying between -1 and -2। सो कोई भी नंबर -1 तो -2 ਦੇ ਵਿੱਚ ਹੈ। ਠੀਕ ਹੈ, ਉਹਦਾ ਇੰਟੀਜਰ -2 ਆਏਗਾ। ਠੀਕ ਹੈ, ਔਰ -2 ਦਾ ਇੰਟੀਜਰ ਵੀ -2 ਹੁੰਦਾ, ਤਾਂ ਇੱਥੋਂ ਲੈ ਕੇ ਇੱਥੋਂ ਤੱਕ ਆਂਸਰ ਆਏਗਾ -2। ਇੱਥੇ ਓਪਨ ਆ, ਇੱਥੇ ਇਦਾਂ ਤੇ ਆ ਰਾਈਟ देयर ਆ ਸਮਝੋ 3 ਪਾਈ ਬਾਈ 2 ਤੇ ਕਿੰਨਾ ਸੀ -2 ਦਾ ਇੰਟੀਜਰ -2। ਠੀਕ ਹੈ, ਠੀਕ ਹੈ, ਇੱਥੋਂ ਕੋਈ ਚੱਕਿਆ ਆ ਇਹਦੇ ਵਿੱਚ ਇਹਦੇ -2, ਇੱਦਾਂ ਫਿਰ ਇੱਥੇ ਆ ਜਾਓ, ਇੱਥੋਂ ਕੋਈ ਨੰਬਰ ਚੱਕਾਂਗੇ ਆਂਸਰ ਆ ਰਿਹਾ ਹੈ 0 ਤੋਂ -1 ਦੇ ਵਿੱਚ, ਇੰਟੀਜਰ -1, ਸੋ ਇੱਥੋਂ ਆ -1 ਔਰ 2 ਪਾਈ ਤੇ 0 ਹੈ ਤੇ ਆ ਫਿਰ 0 ਆ ਗਿਆ। ਠੀਕ ਹੈ, तो अगर मैं डिलीट करदा ਜਿਹੜਾ नॉट डिजायरेबल पोर्शन है आ वाला, ये ਤੁਹਾਡਾ ग्राफ बन गया ग्रेटेस्ट इंटीजर ऑफ 2 sin x। ठीक है, सो ਕੰਟੀਨਿਊਟੀ 'ਚ ਵੀ ਪੁੱਛ ਲੈਂਦੇ ਆ, ਡਿਫਰੈਂਸ਼ੀਬਿਲਟੀ 'ਚ ਵੀ, ਏਰੀਆ 'ਚ ਵੀ। ਹੁਣ ਅਗਰ ਕੰਟੀਨਿਊਟੀ 'ਚ ਹੋਵੇ ਤੇ ਮਤਲਬ ਇੱਦਾਂ ਨਹੀਂ ਗ੍ਰਾਫ ਬਣਾ ਕੇ ਪਤਾ ਲੱਗੇਗਾ, ਜੇ ਗ੍ਰਾਫ ਬਣਿਆ ਤੇ ਨਜ਼ਰ ਆ ਰਿਹਾ ਨਾ ਕਿੱਥੇ ਕਿੱਥੇ ਡਿਸਕੰਟੀਨਿਊਸ ਹੈ। ਇੱਕ x ਇਕੁਅਲ ਟੂ ਪਾਈ ਬਾਈ 6 ਤੇ x ਇਕੁਅਲ ਟੂ ਪਾਈ ਬਾਈ 2 ਤੇ ਡਿਸਕੰਟੀਨਿਊਸ, 5 ਪਾਈ ਬਾਈ 6 ਤੇ ਪਾਈ ਤੇ 7 ਪਾਈ ਬਾਈ 6 ਤੇ ਇੱਥੇ ਕੰਟੀਨਿਊਸ ਹੈ, 11 ਪਾਈ ਬਾਈ 6 ਤੇ 2 ਪਾਈ ਤੇ। ਠੀਕ ਹੈ, तो ਗੱਲ ਖਤਮ ਇੱਦਾਂ ਇਹਦੀ। ਠੀਕ ਹੈ, ਤੁਸੀਂ ਇਹਨੂੰ ਗ੍ਰਾਫ ਇਹਦਾ ਬਣਾ ਸਕਦੇ ਹੋ। ਓਕੇ, ਹੋਰ ਚਲੋ ਇੱਕ ਅਗਰ ਮੈਂ ਕਹਾਂ ਕਿ ਸਾइन एक्स ਦਾ ਲਾਈਕ ਕੁਐਸਚਨ ਮੈਂ ਕਿ ਇੰਟੀਜਰ साइन एक्स ਦਾ ਬਣਾਓ, ਕੱਲਾ साइन एक्स, ਉਹ ਹੋਰ ਆਸਾਨ ਹੈ ਕਿਉਂਕਿ ਆ 0 ਹੈ। ਠੀਕ ਹੈ, ਆ 1 ਹੈ ਤੇ ਆ -1 ਹੈ, तो ਇਹ ਤੇ ਰਾਦਰ ਹੋਰ ਈਜ਼ੀ ਹੋ ਗਿਆ। ਹਾਂਜੀ, ਕਿੱਥੇ 1 ਕਿੱਥੇ ਹੋਏਗਾ ਪਾਈ ਬਾਈ 2 ਤੇ। ਠੀਕ ਹੈ, ਆ ਹੋਏਗਾ ਪਾਈ 3 ਪਾਈ ਬਾਈ 2 ਤੇ -1 और 2 पाई ਤੇ ਫਿਰ 0। ਇੰਟੀਜਰ ਚਾਹੀਦਾ 0 ਔਰ 1 ਦੇ ਵਿੱਚ, ਇੱਥੋਂ ਕੋਈ ਨੰਬਰ ਚੱਕੋਗੇ ਆਂਸਰ 0 ਔਰ 1 ਦੇ ਵਿੱਚ ਹੈ ਤੇ ਇਹਦਾ ਇੰਟੀਜਰ 0 ਆ ਜਾਏਗਾ। ਠੀਕ ਹੈ, ਪਾਈ ਬਾਈ 2 ਤੇ 1 ਹੈ ਤੇ 1 ਆ ਜਾਏਗਾ, 1 ਦਾ ਇੰਟੀਜਰ 1, ਇੱਥੋਂ ਫਿਰ 0 ਔਰ 1 ਦੇ ਵਿੱਚ ਹੈ ਫਿਰ 0। ਠੀਕ ਹੈ, ਪਾਈ ਦਾ ਫਿਰ 0, ਇੱਥੋਂ ਲੈ ਕੇ ਇੱਥੇ ਤੱਕ ਆਂਸਰ 0 -1 ਦੇ ਵਿੱਚ ਹੈ, ਇੰਟੀਜਰ -1। ਠੀਕ ਹੈ, ਇੱਥੋਂ ਲੈ ਕੇ ਇੱਥੇ ਤੱਕ ਕਿਉਂਕਿ ਦੇਖੋ ਕੋਈ ਨੰਬਰ ਚੱਕਿਆ ਆਂਸਰ ਇੱਥੇ ਇੰਟੀਜਰ -1 ਦਾ ਇੰਟੀਜਰ -1, ਇੱਥੋਂ ਵੀ ਇੰਟੀਜਰ -1, 2 ਪਾਈ ਦਾ 0, ਇੱਥੇ ਡਾਰਕ ਆ ਓਪਨ, ਆ ਲਾਈਨ -1 ਦੀ ਸਿੱਧੀ ਲਾਈਨ ਹੈ, ਮੇਰੇ को बनी नहीं बट सीधी लाइन है तो आ जाएगा। अगर मैं ऊपर वाला पार्ट डिलीट कर दा, दिस इज द ग्राफ ऑफ ग्रेटेस्ट इंटीजर ऑफ साइन एक्स। ठीक है, तो ऐसे तो अगर मैं कहा कि ग्रेटेस्ट इंटीजर कॉस एक्स बनाओ, कैन यू मेक इट। चलो कॉस का ग्राफ कितना ये पहले ही बनाने। ठीक है, इत्थे कॉस का ग्राफ आ होंदा कॉस 0 1 90 ते पाई ते -1 3 पाई बाई 2 0 2 पाई ते फिर 1। तो देखो सीधा सीधा बनाना शुरू करिए। हाँ जी, इत्थे 0, ओके, इत्थे 1 है तो इत्थों लैके तक आंसर पहले 0 ते 1 आएगा, ਇਹਦੇ ਵਿੱਚ ਲਵਾਂਗੇ ਆਂਸਰ 0 ਔਰ 1 ਦੇ ਵਿੱਚ ਤੇ ਇੰਟੀਜਰ ਕਿੰਨਾ ਆ ਜਾਏਗਾ ਇਹਦਾ 0 ਇੱਥੇ ਤੱਕ। ਫਿਰ ਇੱਥੋਂ ਲੈ ਕੇ
3 ਪਾਈ ਬਾਈ 2 ਤੇ 0 ਤੇ 0, ਬਾਕੀ ਵਿੱਚ ਲਓਗੇ ਤੇ ਆਨਸਰ ਕਿੱਥੇ ਆ ਰਿਹਾ ਪੁੱਤਰ 0 ਤੋਂ ਲੈ ਕੇ -1 ਦੇ ਵਿੱਚ, ਤੇ ਇੰਟੀਜਰ ਕਿੰਨਾ ਆਏਗਾ -1। ਇੱਥੋਂ ਲੈ ਕੇ ਇੱਥੋਂ ਤੱਕ ਆਨਸਰ 0 ਔਰ 1 ਦੇ ਵਿੱਚ, ਤੇ ਆਨਸਰ ਆਏਗਾ 0, ਬਟ 2 ਪਾਈ ਤੇ 1 ਹੈ ਤੇ ਫਿਰ ਇੱਥੇ 1 ਆ ਜਾਏਗਾ, ਬਾਕੀ ਕਰ ਦਿਓ ਡਿਲੀਟ। ਠੀਕ ਹੈ, ਥੋੜਾ ਤੁਸੀਂ ਵੀ ਪ੍ਰੈਕਟਿਸ ਕਰਿਓ, ਮਤਲਬ ਬਣ ਜਾਂਦਾ ਆਸਾਨੀ ਨਾਲ, ਐਡੀ ਕੋਈ ਗੱਲ ਨਹੀਂ। ਠੀਕ ਹੈ, ਸੋ ਆ ਤੁਹਾਡੇ ਕੋਲ ਗ੍ਰਾਫ ਬਣ ਗਏ ਦੋਨਾਂ ਦੇ। ਦਿਸ ਇਜ਼ ਇੰਟੀਜਰ ਆਫ sin x, this is integer of cos x। ठीक है, अच्छा अगर मैं कहां कि ग्राफिकली या डोमेन लभो, इंटीजर ऑफ एस फंक्शन दी cos x माइनस इंटीजर ऑफ sin x। ठीक है, सिर्फ 0 तो 2 पाए च। अच्छा हुण सानू पता है कि अंडर रूट दे अंदर डोमेन की होएगी कि दिस शुड बी ग्रेटर देन और इक्वल टू 0। ठीक है, इनू परले पासे ले जाए, मतलब दिस शुड बी ग्रेटर देन इक्वल टू। ठीक है, तो यदा मतलब अगर 0 तो 2 पाई च ग्राफ ना करिए, वो पोर्शन लभ ले जिथे y इक्वल टू इंटीजर cos x का ग्राफ y इज इक्वल टू इंटीजर sin x के ग्राफ तो या वड्डा है या बराबर है। अच्छा तो शुरू हो जा 0 ते, इंटीजर cos x की वैल्यू 1 है, यदि 0 है तो वड्डा है, यदा मतलब 0 भी चलेगा। अच्छा इत्थे आ जाओ 0 तो पाई बाई 2 तक cos की वैल्यू 0 है, sin की भी 0 है, बराबर आ गया, ये भी चलेगा। ठीक है, पाई बाई 2 ते आ जाओ, पाई बाई 2 ते cos दी 0 है, sin दी 1 है, यदि 0 यदि 1 नेगेटिव हो गया, नहीं चलेगा, यदा मतलब 0 तो लैके पाई बाई 2 तक तक आ गया। समझ गल, ग्राफ ना चेक कर रहे हैं भी इंटीजर cos का ग्राफ कितने इंटीजर sin के ग्राफ तो उपर है या बराबर, क्योंकि ਇਹੋ ਜਿਹੀਆਂ ਇਕੁਏਸ਼ਨਾਂ ਸੋਲਵ ਨਹੀਂ ਹੋਣੀਆਂ, ਐਲਜੈਬਰਿਕ ਥੋੜੀ ਹੈ कि ਤੁਸੀਂ ਕੁਆਡ੍ਰੈਟਿਕ ਹੈ ਜਾਂ ਕਿਊਬਿਕ ਹੈ ਸੋਲਵ ਕਰ ਲੋਗੇ ਨਾ, ग्राफ ना कितना ਹੁੰਦਾ। ठीक है, सो कितने ਇਹਦਾ ग्राफ ਇਹਦੇ ग्राफ ਤੋਂ ਉੱਪਰ है। चलो 0 ਤੇ ਇਹਦੀ वैल्यू cos ਦੀ 1 ਸੀਗੀ, sin ਦੀ 0 ਸੀ, ਤੇ ਆ ਵੱਡਾ ਹੈ, ਚੱਲੇਗਾ, ਇੱਥੇ ਦੇਖ ਲਿਆ। ਅੱਛਾ ਫਿਰ ਇੱਥੇ ਆ ਜਾਓ, ਪਾਈ ਬਾਈ 2 ਤੋਂ ਪਾਈ ਚ sin 0 है, cos -1 है, ਤੇ मतलब sin ਵੱਡਾ ਹੈ, ਆ ਵੱਡਾ ਹੋ ਗਿਆ, नहीं चलेगा। फिर पाई ते आ जाओ, पाई ते भी नेगेटिव है, आ 0 है, नहीं चलेगा, बट पाई तो लैके 3 पाई बाई 2 तक, पाई तो 3 पाई बाई 2 तक cos भी -1 है, sin भी -1 है, तो बराबर है, इक्वल है, चलेगा। तो यदा मतलब यूनियन पाए तो लैके, हाँ जी आ भी सही है। 3 पाई बाई 2 तो देख लो बेटे, 3 पाई बाई 2 तक, 3 पाई बाई 2 तक cos कितना हो गया 0, sin की वैल्यू कितनी -1, cos वड्डा हो गया, भी चलेगा। 3 पाई बाई 2 तो 2 पाई तक a 0 वा a -1 है, cos वड्डा चलेगा, और 2 पाई ते cos फिर वड्डा हो गया, sin फिर छोटा है, मतलब पाई तो लैके 2 पाई तक ये भी चलेगा। सो आ 0 तो 2 पाई डोमेन हो गई, जनरलाइज है, आप 2 एंड पाई वगैरह ऐड कर सकते हैं, फिलहाल इन्ना समझो। सो क्योंकि ये इक्वेशन बैटर ईजीली ग्राफिकली हो जानी है कि कितने एदा ग्राफ एदे ग्राफ तो वड्डा मतलब ऊपर हो, इक्वल टू मतलब बराबर हो। तो उस हिसाब से देख लिया, पाए तो लैके 3 पाई बाई 2 तक जिहड़ा ग्राफ है वह भी सैटिस्फाई कर रहा है, दोनों की वैल्यू बराबर है, 3 पाई बाई 2 के बाद भी कर रहा है। सो आही पार्ट सीगा जिहड़ा विच नहीं कर रहा सी। ठीक है, सो दैट्स इट। ठीक है, सो ये तरीका हो गया y इक्वल टू ग्रेटेस्ट इंटीजर ऑफ एफ एक्स का ग्राफ। ठीक है, सो ये नंबर 2 लिख लो कि अगर एफ एक्स का ग्राफ पता है तो एफ ऑफ इंटीजर एक्स का बनाना है। ठीक है, डिफरेंस समझो की सीगा, हुण एच एक्स च कीता सी पहला पूरे ते सीगा, तो मैं बैटर या एग्जाम्पल ना समझावा कि की करो, जिदा एग्जाम्पल वही लेना ईजी, 2 रेस्ट पावर एक्स वाली, दिस इज y इक्वल टू 2 दी पावर एक्स, तो अपना मोटिव की है 2 दी पावर इंटीजर एक्स बनाना। इच की करो एक्स ते इंटीजर मार्क कर लो, 1 2 3 4, फिर वर्टिकल लाइन ड्रा कर दो। ठीक है, मैं हुणे समझाना क्यों कर रहा था, जिथे ग्राफ नू कट कर दे। ठीक है, मतलब आप हर एक इंटीजर ते वैल्यू वेखा कितनी है, ऐदा ही इत्थे। सो ओके, अच्छा फिर 1 ते वैल्यू 0 ते पहला 0 ते कितनी वैल्यू है 1, 1 ते वैल्यू कितनी है पुत्र 2 है ना, x इक्वल टू 1 पुट करोगे 2 आएगा, 2 ते कितनी है बेटे 4। ठीक है, 3 ते कितनी है
8 2 ਦਾ ਕਿਊਬ 8 ਇੱਦਾਂ ਵੈਲਿਊਆਂ ਕੱਢ ਲਈਆਂ। ਹੁਣ ਇੱਕ ਮਿੰਟ ਸੋਚ ਕੇ ਵੇਖੋ ਜਰਾ, ਆਪਾਂ ਨੂੰ ਚਾਹੀਦਾ ਇਹਦਾ ਗ੍ਰਾਫ ਹੈ ਨਾ। ਅੱਛਾ ਮੇਰੀ ਗੱਲ ਸੁਣੋ, ਇੰਟੀਜਰ x 0 ਤੋਂ ਲੈ ਕੇ 1 ਦੇ ਵਿੱਚ ਕੋਈ ਵੀ ਨੰਬਰ ਪੁੱਟ ਕਰ ਲਓ, 0 ਪੁੱਟ ਕਰ ਲਓ, 2 ਦੀ ਪਾਵਰ 0 ਆਂਸਰ 1 ਆਏਗਾ। 0 ਤੋਂ ਲੈ ਕੇ 1 ਤੱਕ ਕੋਈ ਨੰਬਰ ਪੁੱਟ ਕਰੋ, 0 0.1 0.2, ਇਹਦਾ ਇੰਟੀਜਰ ਤੇ ਇਫੈਕਟਿਵਲੀ 0 ਹੀ ਆਏਗਾ। ਤਾਂ ਇਹਦਾ ਆਂਸਰ 2 ਦੀ ਪਾਵਰ 0 1 ਹੀ ਆਏਗਾ। ਇਹਦਾ ਮਤਲਬ ਤੁਸੀਂ ਕੁਝ ਵੀ ਪੁੱਟ ਕਰ ਲਓਗੇ 0 ਔਰ 1 ਦੇ ਵਿੱਚ, ਆਂਸਰ ਉਹੀ ਆਏਗਾ ਜਿਹੜਾ x ਇਕੁਅਲ ਟੂ 0 ਪੁੱਟ ਕਰਕੇ ਆਣਾ ਸੀ। ਅੱਛਾ ਫਿਰ ਅੱਗੇ ਆ ਜਾਓ, 1 ਤੋਂ ਲੈ ਕੇ 2 ਦੇ ਵਿੱਚ ਜਿਵੇਂ 1 ਪੁੱਟ ਕੀਤਾ, 1 ਦਾ ਆਂਸਰ ਆ ਗਿਆ 2 ਦੀ ਪਾਵਰ ਇੰਟੀਜਰ 1 ਵਿਚ ਇਜ਼ 2। 1 ਤੋਂ ਲੈ ਕੇ 2 ਦੇ ਵਿੱਚ ਕੋਈ ਵੀ ਨੰਬਰ ਪੁੱਟ ਕਰ ਲਓ, ਜਿਵੇਂ 1.3, ਸੋ 1.3 ਦਾ ਇੰਟੀਜਰ ਇਹ ਫਿਰ ਇਫੈਕਟਿਵਲੀ ਇੱਥੇ 1 ਹੀ ਆਏਗਾ। ਠੀਕ ਹੈ, ਸੋ ਇਹਦਾ ਮਤਲਬ 1 ਤੋਂ ਲੈ ਕੇ 2 ਤੱਕ ਜੋ ਮਰਜ਼ੀ ਐਕਸਪੋਰਟ ਕਰੀਏ, ਆਂਸਰ ਕੀ ਆਏਗਾ, ਉਹੀ ਆਏਗਾ ਜਿਹੜਾ 1 ਪੁੱਟ ਕਰਕੇ ਆਇਆ। तो ਇਹਦਾ ਮਤਲਬ ਕੀ ਹੈ ਕਿ 0 ਤੋਂ 1 ਤੇ ਕਿਹੜਾ ਆਂਸਰ ਆਇਆ, ਜਿਹੜਾ 0 ਤੇ ਸੀ। 0 ਤੇ ਆਂਸਰ ਕੀ ਸੀਗਾ 1, तो 0 ਤੋਂ ਲੈ ਕੇ 1 ਤੱਕ ਆਂਸਰ 1 ਹੀ ਆਏਗਾ। ਆ ਗੱਲ ਸਮਝ ਆਣੀ ਚਾਹੀਦੀ। 0 ਤੋਂ ਲੈ ਕੇ 1 ਚੋਂ ਮਰਜ਼ੀ ਪੁੱਟ ਕਰੋ ਨਾ ਬੇਟੇ, 0 ਦਾ ਇੰਟੀਜਰ 0 2 ਦੀ ਪਾਵਰ 0 1, ਇੱਥੇ ਕੋਈ ਨੰਬਰ ਹੋਰ ਪੁੱਟ ਕਰੋ, ਉਹਦਾ ਇੰਟੀਜਰ ਲੈ ਲਿਆ, x ਦਾ ਇੰਟੀਜਰ ਲਿਆ, ਠੀਕ ਹੈ, ਇਹ ਫਿਰ 0 ਆ ਜਾਏਗਾ, ਫਿਰ 2 ਦੀ ਪਾਵਰ 0, ਫਿਰ ਇਹਦਾ ਆਂਸਰ 1 ਹੈ। ਫਿਰ 1 ਤੇ ਆ ਜਾਓ, 1 ਦਾ ਆਂਸਰ ਕਿੰਨਾ ਹੈ, 2 ਦੀ ਪਾਵਰ 1 2 ਹੈ। ਫਿਰ 1 ਤੋਂ ਲੈ ਕੇ 2 ਤੱਕ ਜੋ ਮਰਜ਼ੀ ਨੰਬਰ ਇੱਥੇ ਪੁੱਟ ਕਰੋ, ਇੱਥੇ ਇਹਦਾ ਆਂਸਰ ਫਿਰ 1 ਹੀ ਆਏਗਾ, 2 ਦੀ ਪਾਵਰ ਆਂਸਰ ਫਿਰ 2 ਹੀ ਆਏਗਾ। तो ਇਹਦਾ ਮਤਲਬ 1 ਤੋਂ ਲੈ ਕੇ 2 ਤੱਕ ਫਿਰ 2 ਹੀ ਆਏਗਾ। ਆ ਤਰੀਕਾ ਹੋ ਗਿਆ। ਸੋ ਮੈਥਡ ਕੀ ਬਣਿਆ, एक्स एक्सिस ਤੇ ਇੰਟੀਜਰ ਮਾਰਕ ਕਰਕੇ ਗ੍ਰਾਫ ਨੂੰ ਕੱਟ ਕਰਾਓ, ਦੇਖੋ ਕਿਹੜਾ y ਆ ਰਿਹਾ। तो बस 0 ਤੋਂ ਲੈ ਕੇ 1 ਤੱਕ ਆਂਸਰ ਵਿਲ ਬੀ f of 0, ਜਿਹੜਾ 0 ਤੇ ਸੀ। 1 ਤੋਂ ਲੈ ਕੇ 2 ਤੱਕ ਜਿੰਨਾ 1 ਤੇ ਸੀ ਉੱਦਾਂ ਖਿੱਚ ਦਿਓ, 2 ਤੋਂ ਲੈ ਕੇ 3 ਤੱਕ ਜਿੰਨਾ 2 ਤੇ ਹੈ ਉਨਾ ਹੀ, ਫਿਰ ਇੱਥੋਂ ਜਿੰਨਾ 3 ਤੇ ਹੈ ਉਨਾ ਹੀ, ਇੱਦਾਂ ਗ੍ਰਾਫ ਬਣ ਜਾਣਾ। ਠੀਕ ਹੈ, ਔਰ ਮਾਈਨਸ ਇਨਫਿਨਿਟੀ ਤੋਂ ਲੈ ਕੇ 0 ਤੱਕ, ਠੀਕ ਹੈ, ਇੱਥੇ ਫਿਰ ਆਪਾਂ ਨੂੰ ਮਗਰ ਆਉਣਾ ਪੈਣਾ, ਜਿੱਦਾਂ ਹੁਣ ਇੱਥੇ ਆ ਜਾਓ ਮਾਈਨਸ, ਕਿਉਂਕਿ ਆਪਾਂ x ਤੇ ਲਏ ਆ -2, ਫਿਰ ਇਹਦੇ 'ਚ ਆਪਾਂ ਬ੍ਰੇਕ ਕਰਾਂਗੇ। ਫਿਰ ਇੱਥੇ ਆ ਜਾਓ, -1 ਤੇ ਵੈਲਿਊ ਕਿੰਨੀ ਹੈ, -1 ਦਾ ਇੰਟੀਜਰ -1, ਸੋ 0 ਤੋਂ ਲੈ ਕੇ -1 ਤੱਕ ਕੋਈ ਵੀ ਨੰਬਰ ਪੁੱਟ ਕਰੋਗੇ ਉਹਦਾ ਇੰਟੀਜਰ -1 ਨਹੀਂ ਆਏਗਾ। ਸੋ ਮਤਲਬ ਤੁਸੀਂ ਕਰਨਾ ਕਿ ਇੰਟੀਜਰ ਤੇ ਵੈਲਿਊ ਕੱਢ ਲਓ, ਉਹੀ ਅੱਗੇ ਰੱਖ ਲਓ ਕੰਜੂਗੇਟਿਵ ਇੰਟੀਜਰ 'ਚ, ਫਿਰ ਜਿੰਨੀ -2 ਤੇ ਆ ਉਹੀ ਇੱਥੇ ਤੱਕ ਰੱਖ ਲਓ, ਐਂਡ ਸੋ ਔਨ ਦਾ ਚੱਲਦਾ ਰਹੇਗਾ। ਜਿਹੜਾ ਬਾਕੀ ਵਾਲਾ ਪਾਰਟ ਹੈ, ਆਹ ਵਾਲਾ, ਇਹਨੂੰ ਡਿਲੀਟ ਕਰ ਦਿਓ। ठीक है, सो दिस विल बी ऑफ। ठीक है बेटे, सो ਤੁਹਾਨੂੰ ਸ਼ਾਇਦ देखो मैं जोर तो पूरा लाया समझाता हूँ ਤੁਹਾਨੂੰ, ਇੱਦਾਂ ਪਿੱਛੇ ਲੈ ਜਾਓ। सो दिस द ग्राफ। ठीक है, सो एक अद्धी एग्जांपल मैं होर ले लेना, सो दैट थिंग्स विल बी मोर क्लियर टू यू। ठीक है, ओके, लेट्स टेक अ फ्यू मोर। ਕਿਹੜੀ ਲਈਏ ਆਪਾਂ, ਐਵੇਂ ਕਰਦੇ ਹਾਂ, ਲੈ ਲੈਂਦੇ y इक्वल टू साइन इनवर्स इंटीजर x। ठीक है, तो पहला साइन इनवर्स x का ग्राफ बना लो। हाँ, ग्राफ सी साइन इनवर्स x का। ठीक है, ਇੱਥੇ 1, ਇੱਥੇ -1, ਇੱਥੇ 0। ਤੇ ਕੀ ਦੱਸਿਆ ਸੀ ਹੁਣੇ, x एक्सिस ਤੇ ਇੰਟੀਜਰ ਮਾਰਕ ਕਰ ਲਓ ਡੋਮੇਨ 'ਚ, ਆ ਮਾਰਕ ਕਰ ਲੈ, वर्टिकल ਲਾਈਨਾਂ ਬਣਾ ਲਓ। ठीक है, तो चलो ਬਣੀਆਂ ਬਣਾਈਆਂ, ਕਿਹੜੇ ਕਿਹੜੇ y ਆਉਂਦੇ ਆ, ਦਿਸ ਇਜ਼ π/2, this is 0, this is -π/2। चलो ऐदा, ठीक है, आ गया। अच्छा, तो अगेन 0 और 1 ਦੇ ਵਿੱਚ ਇੱਥੇ ਕੋਈ ਵੀ ਨੰਬਰ ਰੱਖਾਂਗੇ, ਆਂਸਰ ਉਹੀ ਆਏਗਾ ਜੋ 0 ਦਾ ਆਣਾ ਸੀ। ਸੋ 0 ਦਾ ਆਂਸਰ ਕਿੰਨਾ ਸੀ, 0, तो ਇੱਥੋਂ ਲੈ ਕੇ ਇੱਥੇ ਤੱਕ 0 ਹੀ ਬਣ ਜਾਏਗਾ। तो ਇੱਥੋਂ ਲੈ ਕੇ 0 ਤੇ ਡਾਰਕ ਇੱਥੇ ਤੱਕ 0 ਬਣੇਗਾ। क्या, फिर 1 ਤੇ ਆ ਗਏ, 1 ਪੁੱਟ ਕਰੋਗੇ, 1 ਦਾ ਇੰਟੀਜਰ 1, ਸਾਈਨ ਇਨਵਰਸ 1 π/2 ਤੇ ਇੱਥੇ ਓਪਨ 1 ਤੇ ਇਕੱਲਾ ਇੱਕ ਡਾਟ ਲੱਗੇਗਾ π/2 ਤੇ। ਫਿਰ ਇੱਥੇ ਆ ਜਾਓ, -1 ਤੋਂ ਲੈ ਕੇ 0 ਤੱਕ ਕੋਈ ਵੀ ਨੰਬਰ ਪੁੱਟ ਕਰਾਂਗੇ, ਇਹਦਾ ਇੰਟੀਜਰ -1 ਆਏਗਾ। तो ਕਿਹੜੀ ਵੈਲਿਊ ਆਏਗੀ, ਜਿਹੜੀ -1 ਤੇ ਵੈਲਿਊ ਆ, -1 ਤੇ ਵੈਲਿਊ ਕਿੰਨੀ ਹੈ, -π/2। तो ਇੱਥੋਂ ਲੈ ਕੇ ਇੱਥੋਂ ਤੱਕ ਇਲ ਬੀ -π/2। ਇੱਥੇ ਹੌਲੋ ਆ ਗ੍ਰਾਫ ਬਣਿਆ। ठीक है, हाँ ਤੁਸੀਂ ਸਮਝ ਲਓ। तो अगर अगेन कंटिन्यूटी नज़र आ रहा है, -1 ਤੇ कंटिन्यूस है, हाँ जी, 0 ਤੇ डिसकंटिन्यूस ਤੇ 1 ਤੇ डिसकंटिन्यूस। चलो लेट अस क्विकली एक दो एग्जांपल्स कर ਲਈ ਦੀਆਂ ਹੋਰ।
ਕਹਿੰਦੇ ਕੰਸੀਡਰ ਦੀ ਗ੍ਰਾਫ ਆਫ ਐਫ ਵਾਈ ਇਕੁਅਲ ਟੂ ਐਫ ਐਕਸ then draw the graph of following functions। तो ਹੁਣੇ ਦੋਨੋਂ ਪੜ੍ਹੇ ਇੱਕ ਵਾਰ ਚਲੋ ਰਿਵਾਈਜ਼ ਹੋ ਜਾਏਗਾ। ਪਹਿਲਾਂ ਇੰਟੀਜਰ, ਪੂਰੇ ਫੰਕਸ਼ਨ ਦਾ ਇੰਟੀਜਰ, ਜੇ ਪੂਰੇ ਫੰਕਸ਼ਨ ਦਾ ਇੰਟੀਜਰ ਹੁੰਦਾ ਤਾਂ ਕੀ ਕਰਦੇ ਸੀ, ਵਾਈ ਐਕਸਿਸ ਤੇ ਦੇਖਦੇ ਸੀ, ਵਾਈ ਐਕਸਿਸ ਤੇ ਜਿਹੜੇ ਜਿਹੜੇ ਇੰਟੀਜਰ ਹੈ ਉਹਨਾਂ ਨੂੰ ਮਾਰਕ ਕਰ ਲਓ, ਹੌਰੀਜ਼ੌਂਟਲ ਲਾਈਨਾਂ ਡਰਾ ਕਰ ਲਓ, ਦੇਖੋ ਕਿੱਥੇ ਕਿੱਥੇ ਕੱਟ ਕਰਦਾ ਆ ਗਿਆ, ਠੀਕ ਹੈ, ਉਹ ਵਾਲੇ ਪੁਆਇੰਟ ਕੱਢ ਲੈ, ਆ ਵਾਲੇ ਇੱਥੇ ਆ ਆਇਆ ਔਰ ਇੱਧਰ ਆ ਆਇਆ। ਫਿਰ ਕੀ ਵੇਖਦੇ ਸੀ, ਕਿਉਂਕਿ ਪੂਰੇ ਫੰਕਸ਼ਨ ਦਾ ਇੰਟੀਜਰ ਹੈ, ਯਾਦ ਕਰੋ 0 ਤੋਂ ਲੈ ਕੇ 2 ਤੱਕ ਕੋਈ ਵੀ x ਲਿਆ, ਇਹਦਾ ਆਨਸਰ 0 ਔਰ 1 ਦੇ ਵਿੱਚ ਹੈ, ਇਹਦਾ ਮਤਲਬ ਇਹਦਾ ਇੰਟੀਜਰ 0 ਆ ਜਾਏਗਾ, ਤਾਂ ਇੱਥੋਂ ਲੈ ਕੇ ਇੱਥੇ ਤੱਕ 0 ਆ ਜਾਏਗਾ, ਠੀਕ ਹੈ। ਸੋ ਇੱਥੋਂ ਲੈ ਕੇ ਇੱਥੇ ਤੱਕ 0, ਫਿਰ 2 ਤੋਂ ਲੈ ਕੇ 3 ਤੱਕ ਕੋਈ ਵੀ x ਲਿਆ, ਇਹਦਾ ਆਨਸਰ 1 ਤੋਂ 2 ਦੇ ਵਿੱਚ ਹੈ, ਤੇ ਇੰਟੀਜਰ 1 ਆ ਜਾਏਗਾ ਆ। 3 ਤੋਂ ਲੈ ਕੇ 5 ਤੱਕ ਕੁਝ ਵੀ x ਲਿਆ, ਇਹਦਾ ਆਨਸਰ 2 ਤੋਂ 3 ਦੇ ਵਿੱਚ ਹੈ, ਤੇ ਉਹਦਾ ਇੰਟੀਜਰ 2 ਆ ਜਾਏਗਾ। ਸੋ ਆ ਬਣ ਜਾਏਗਾ। ਸੋ ਇੱਦਾਂ ਹੀ y ਤੇ ਆ ਜਾਓ, ਸੋ ਇੱਥੋਂ ਲੈ ਕੇ ਇੱਥੇ ਤੱਕ ਆ ਜਾਏਗਾ, तो ਇੱਥੋਂ ਲੈ ਕੇ ਇੱਥੇ ਤੱਕ ਆ, ਠੀਕ ਹੈ। ਦੈਟ ਵਾਸ ਇਟ। ਸੋ ਇੰਟੀਜਰ ਆਫ ਐਫ ਐਕਸ ਹੈ, y ਤੇ ਇੰਟੀਜਰ ਮਾਰਕ ਕਰਕੇ ਹੌਰੀਜ਼ੌਂਟਲ ਲਾਓ, x ਲੱਭੋ, ਫਿਰ ਦੇਖ ਲਓ 0 1 ਤੇ 0, 1 ਤੋਂ 2 'ਚ 1 ਐਂਡ ਸੋ ਔਨ, ਠੀਕ ਹੈ। ਸੈਕਿੰਡ ਮੈਂ ਕੀ ਸਿਖਾਇਆ, ਐਫ ਆਫ ਇੰਟੀਜਰ x, ਇਹਦਾ ਮਤਲਬ ਇਹਦੇ 'ਚ ਕੀ ਹੈ ਕਿ ਜਿਹੜਾ ਆਨਸਰ 0 ਤੇ ਹੈ, 0 ਔਰ 1 ਦੇ ਵਿੱਚ ਜਿੰਨਾ 0 ਤੇ ਉਹੀ ਰਹੇਗਾ। ਸੋ 0 ਤੇ 0 ਹੈ, ਤੇ ਮਤਲਬ 0 ਔਰ 1 ਦੇ ਵਿੱਚ 0 ਰਹੇਗਾ। ਫਿਰ ਜਿੰਨਾ 1 ਤੇ ਹੈ, 1 ਤੇ ਕਿੰਨਾ ਆਨਸਰ ਹੈ, ਹਾਫ, ਤੇ 1 ਤੋਂ 2 ਦੇ ਵਿੱਚ ਹਾਫ ਹੀ ਰਹੇਗਾ, ਠੀਕ ਹੈ। ਫਿਰ ਜਿੰਨਾ 2 ਤੇ ਹੈ, 2 ਤੇ ਕਿੰਨਾ 1, 2 ਤੋਂ 3 ਚ 1 ਹੀ ਰਹੇਗਾ, ਠੀਕ ਹੈ। 3 ਤੇ ਕਿੰਨਾ ਹੈ 2, ਫਿਰ 3 ਤੋਂ 4 ਚ ਆਹੀ ਰਹੇਗਾ। ਇੱਦਾਂ ਆਈ ਗੈਸ ਆ ਤੁਹਾਨੂੰ ਚੀਜ਼ ਇਹਦੇ ਪਿੱਛੇ ਬਣਾ ਲਿਓ, ਆ ਹੋ ਗਿਆ, ਠੀਕ ਹੈ। ਜੇ नहीं समझ आया एक बार रिवाइंड करके देखो, और पुराना चंगी तरह समझ आया होगा तो ईजिली समझ आ जाएगा। तो अगर y पूरे फंक्शन का इंटीजर है, y ते इंटीजर मार्क करो, और अगर f ऑफ इंटीजर x है तो x ते इंटीजर मार्क करके लॉजिकली भी समझो ना, 0 और 1 ਦੇ ਵਿੱਚ ਕੁਝ ਵੀ x ਲਓ, ਉਹਦਾ ਇੰਟੀਜਰ 0 ਆ ਜਾਏਗਾ। तो ਜਿੰਨੀ ਵੈਲਿਊ f 0 ਦੀ ਹੈ ਉਹੀ ਸਾਰਿਆਂ ਦੀ ਆਣੀ। ਸੋ ਐਦਾਂ ਹੀ 1 और 2 ਚ ਇੰਟੀਜਰ 1 ਆਏਗਾ, ਜਿਹੜੀ ਵੈਲਿਊ f 1 ਦੀ ਹੈ, f 1 ਦੀ ਵੈਲਿਊ ਆ ਹੈ ਤੇ ਉਹੀ ਇੱਥੇ ਤੱਕ ਆਏਗੀ, ਐਂਡ ਸੋ ਔਨ ਚੱਲਦਾ ਰਹੇਗਾ, ਠੀਕ ਹੈ। ਸੋ ਕਹਿੰਦਾ ਡਰਾ ਦਾ ਗ੍ਰਾਫ ਆਫ ਦਿਸ ਸਿਗਨਮ ਆਫ cot ਇਨਵਰਸ। ਇਹ ਈਜ਼ੀ ਹੈ। cot ਇਨਵਰਸ ਤੁਹਾਨੂੰ ਪਤਾ ਹੈ ਹਮੇਸ਼ਾ 0 ਔਰ ਪਾਈ ਦੇ ਵਿੱਚ ਲਾਈ ਕਰਦਾ, ਜਿਹੜਾ ਕਿ ਪੋਜ਼ਿਟਿਵ ਨੰਬਰ ਹੈ। तो सिग्नम ऑफ अ पॉजिटिव नंबर हमेशा 1 ਹੁੰਦਾ, ਇਹ ਤਾਂ 1 ਹੀ ਆਏਗਾ ਹਮੇਸ਼ਾ ਆਇਡੈਂਟੀਕਲੀ। ਫਿਰ ਆ ਗਿਆ tan ऑफ पाई बाय 2 इनटू इंटीजर। ਅੱਛਾ ਟਰਾਂਸਫਰਮੇਸ਼ਨ ਦੀ ਲੋੜ ਹੀ ਨਹੀਂ ਹੈ ਤੇ ਚਲੋ ਹੁਣ ਲਿਖ ਲਿਆ ਤਾਂ ਮੈਂ ਕਰ ਹੀ ਦਾਂ। ਦੇਖੋ ਨਾ ਹੁਣ ਇਹ ਤੇ ਇੰਟੀਜਰ ਵਾਂਗੂ ਆ, ਜੇ ਤੇ ਆ ਇੰਟੀਜਰ ਕਿਹੜਾ ਹੋਏਗਾ, ਜਾਂ ਤੇ ਔਡ ਨੰਬਰ ਹੋਏਗਾ ਲਾਈਕ, ਠੀਕ ਹੈ, ਜਾਂ ਈਵਨ ਹੋਏਗਾ ਜਿਵੇਂ 2 4 6। ਅਗਰ ਤੇ ਔਡ ਹੈ ਜਿਵੇਂ 1 ਆ, फिर तो ऑड मल्टीपल ऑफ पाई बाय 2 हो गया, 1 पाई बाय 2, 3 पाई बाय 2, उत्थे उत्ते तो फंक्शन डिफाइंड ही नहीं है, ठीक है। तो मतलब जिथे तो इंटीजर एक्स ऑड है, इंटीजर एक्स ऑड कद होएगा, जो 1 कद होएगा 1 तो 2 ਦੇ ਵਿੱਚ, सो 1 तो 2 ਦੇ ਵਿੱਚ डिफाइंड नहीं होएगा। सिमिलरली 3 तो 4 ਦੇ ਵਿੱਚ डिफाइंड नहीं होएगा, ठीक है। 5 तो 6 ਦੇ ਵਿੱਚ डिफाइंड नहीं होएगा, ठीक है। अच्छा जे ईवन होया जिवें 2 हो गया, सो कितना आएगा 2, 2 ना कटा जाएगा, पाई आ जाएगा। 4 हो गया, फिर 2 पाई आ जाएगा, फिर n पाई आ जाएगा। सो इंटी tan ऑफ n पाई कितना होएगा 0। सो ਇਹਦਾ ਮਤਲਬ ਜਦ ਇਹ ਈਵਨ ਹੈ, ਮਤਲਬ 2 ਤੋਂ 3 ਦੇ ਵਿੱਚ, 4 ਤੋਂ 5 ਦੇ ਵਿੱਚ, 6 ਤੋਂ 7 ਦੇ ਵਿੱਚ, ਇਹਦਾ ਆਨਸਰ n ਪਾਈ ਟਾਈਪ ਆਏਗਾ, ਔਰ tan ऑफ n पाई 0 ਹੋ ਜਾਏਗਾ। ਆਨਸਰ ਫੰਕਸ਼ਨ ਦਾ ਕਿੰਨਾ ਆ ਗਿਆ, ਸਿੰਪਲ 1। ਸੋ ਇਫੈਕਟਿਵਲੀ ਕੀ ਹੋ ਗਿਆ, ਕਿ ਆਪਾਂ ਕੀ ਕਰੀਏ, ਜਿਨ੍ਹਾਂ ਨੂੰ ਨਹੀਂ ਸਮਝ ਆਇਆ ਹੁਣ ਫਿਰ ਸਮਝੋ। ਇੱਥੇ एक्स एक्सिस ਤੇ 0 1 2 3 4 ਮਾਰਕ ਕਰ ਲਿਆ। अच्छा 0 और 1 ਦੇ ਵਿੱਚ 0 ਆ ਜਾਏਗਾ, tan 0 0, ठीक है, 0 आ जाएगा। आंसर आ गया एफ एक्स का 1, 0 और 1 ਦੇ ਵਿੱਚ फिर 1। 1 ਤੋਂ 2 ਚ ਜਾਓਗੇ, ਹਾਂਜੀ 1 ਤੋਂ 2 ਚ ਇਹਦਾ ਆਂਸਰ 1 ਆਏਗਾ, tan पाई बाय 2 नॉट डिफाइंड, ਇਹਦੇ ਵਿੱਚ डिफाइंड ਹੀ नहीं ਹੋਏਗਾ। फिर 2 ਤੋਂ 3 ਦੇ ਵਿੱਚ ਜਾਓਗੇ, ਇਹਦਾ ਇੰਟੀਜਰ 2 ਆ ਜਾਏਗਾ, tan ऑफ पाई n पाई 0 ਹੁੰਦਾ ਆ, फिर 0 आ गया, आंसर फिर 1 आ जाएगा, ठीक है। सो इत्थे डार्क आएगा। सो 2 ਤੋਂ ਲੈ ਕੇ 3 ਦੇ ਵਿੱਚ, फिर तो ਇਹਦਾ आंसर 2 tan पाई फिर 0। 3 ਤੋਂ 4 हाँ जी वंस अगेन
ਇਹਦਾ ਆਂਸਰ 3 ਆਏਗਾ। tan of 3 ਪਾਈ ਬਾਈ 2 odd multiple of ਪਾਈ ਬਾਈ 2 not defined, ਇੱਥੇ ਗ੍ਰਾਫ ਨਹੀਂ ਬਣੇਗਾ। ਫਿਰ ਇਹਦੇ 4 ਤੋਂ 5 ਦੇ ਵਿੱਚ ਫਿਰ ਇਹਦਾ ਆਂਸਰ 4 ਆ ਜਾਏਗਾ। ਫਿਰ tan of 2 ਪਾਈ tan n ਪਾਈ 0 ਹੁੰਦਾ ਹੈ, ਆ ਫਿਰ 0 ਆਂਸਰ ਹਮੇਸ਼ਾ 1 ਹੀ ਆਏਗਾ। ਸੋ ਇੱਥੇ ਤੇ ਇੱਦਾਂ ਚੱਲਦਾ ਰਹੇਗਾ ਪਿੱਛੇ ਵੀ, ਠੀਕ ਹੈ। ਸੋ ਆ ਤੇ ਮੈਂ ਤੁਹਾਨੂੰ ਆਲਰੇਡੀ ਦੱਸਦਾ ਕਿ ਇੰਟੀਜਰ 2 sin x ਦਾ ਗ੍ਰਾਫ ਬਣਾ ਕੇ ਬਾਅਦ 'ਚ ਏਰੀਆ ਲੱਭਣਾ ਸੀ, ਦੈਟ ਵਾਜ਼ ਇੰਟੀਗ੍ਰੇਸ਼ਨ ਦਾ ਇਸ਼ੂ। ਮਤਲਬ ਆ ਤੁਹਾਨੂੰ ਗ੍ਰਾਫ ਪਤਾ ਹੋਵੇ, ਠੀਕ ਹੈ। ਤੇ ਚਲੋ ਆਈ ਗੈਸ ਸਾਰਾ ਤੁਹਾਨੂੰ ਸਮਝ ਆ ਗਿਆ। ਬਾਕੀ ਫਿਰ ਨੈਕਸਟ ਕਲਾਸ ਕਰਾਂਗੇ ਬੇਟੇ।